ਜੇ ਛਾਤੀ ਦੇ ਵਿੱਚ ਚਲੀ ਗਈ ਤਾਂ ਉਹਨੂੰ ਅਸੀਂ ਇੰਟਰਨਲ ਹਰਨੀਆ ਕਹਿੰਦੇ ਆ। ਜੇ ਉਹ ਬਾਹਰ ਦਿਖਣ ਲੱਗ ਗਈ, ਜਿਵੇਂ ਧੁੰਨੀ ਕਈਆਂ ਦੀ ਤੁਸੀਂ ਦੇਖਿਆ ਹੋਣਾ ਫੁੱਲ ਜਾਂਦੀ ਹੈ, ਉਹ ਖੰਘਦਿਆਂ ਹੋਰ ਫੁੱਲ ਜਾਂਦੀ ਹੈ, ਮੋਟੀ ਹੋਈ ਹੁੰਦੀ ਹੈ, ਕਈਆਂ ਦੀ ਇੰਨੀ ਮੋਟੀ ਹੁੰਦੀ ਹੈ ਕਿ ਜੇ ਉਹ ਕੋਈ ਟੀ-ਸ਼ਰਟ ਜਾਂ ਟਾਈਟ ਕੱਪੜਾ ਪਾਉਣਗੇ ਤਾਂ ਇੱਥੇ ਫਲਾਵਟ ਨਜ਼ਰ ਆਏਗੀ। ਉਹ ਵੀ ਇੱਕ ਹਰਨੀਆ ਦੀ ਹੀ ਵੈਰਾਈਟੀ ਹੈਗੀ ਹੈ। ਦੋ ਤਰ੍ਹਾਂ ਦਾ ਅਸੀਂ ਕਹਿੰਦੇ, ਇੱਕ ਕੰਪਲੀਕੇਟਡ, ਇੱਕ ਨਾਨ ਕੰਪਲੀਕੇਟਡ। ਨਾਨ ਕੰਪਲੀਕੇਟਡ ਵਿੱਚ ਇਕੱਲੀ ਫਲਾਵਟ ਹੋਏਗੀ, ਜਿਵੇਂ ਆਪਾਂ ਉਂਗਲੀ ਦੇ ਉੱਤੇ ਰਬੜ ਚੜਾ ਦੀ, ਅੱਗੋਂ ਖੂਨ ਦਾ ਦੌਰਾ ਘਟ ਜਾਂਦਾ, ਇਸੇ ਤਰ੍ਹਾਂ ਅੰਤੜੀ ਬਾਹਰ ਆ ਗਈ ਤਾਂ ਖੂਨ ਦਾ ਦੌਰਾ ਘਟ ਗਿਆ, ਉਹ ਇੱਕ ਸੀਰੀਅਸ ਸਿਚੁਏਸ਼ਨ ਬਣ ਜਾਂਦੀ ਹੈ। ਡਿਪੈਂਡ ਕਰਦਾ ਬੰਦਾ ਕਿੰਨੀ ਕੁ ਸੀਰੀਅਸਲੀ ਆਪਣੀ ਬਾਡੀ ਨੂੰ ਲੈਂਦਾ। ਜੇ ਬੰਦਾ ਸੀਰੀਅਸਲੀ ਲੈਣ ਵਾਲਾ ਹੈ, ਉਹ ਇੱਕ ਰਾਤ ਵੀ ਨਹੀਂ ਉਡੀਕੇਗਾ, ਸਵੇਰੇ ਦੇਖੇਗਾ ਭੱਜਿਆ ਆਏਗਾ, ਡਾਕਟਰ ਸਾਹਿਬ ਇੱਥੋਂ ਸਰੀਰ ਫੁੱਲ ਰਿਹਾ। ਦੂਸਰਾ ਬੰਦਾ ਜਦ ਤੱਕ ਕੰਪਲੀਕੇਸ਼ਨ ਨਹੀਂ ਹੋਏਗੀ ਤਦ ਤੱਕ ਨਹੀਂ ਆਏਗਾ। ਇਹਦੀ ਟ੍ਰੀਟਮੈਂਟ ਹਰਨੀਆ ਦੀ ਸਰਜਰੀ ਹੋਈ ਹੈ। ਸੋ ਮੈਂ ਇੱਕ ਸਾਰਿਆਂ ਨੂੰ ਐਡਵਾਈਸ ਦੇਣਾ ਚਾਹੁੰਦਾ ਔਰ ਬੇਨਤੀ ਵੀ ਕਰਨਾ ਚਾਹੁੰਦਾ ਕਿ ਕਦੇ ਵੀ ਮਨ 'ਚ ਇਹ ਨਾ ਗੱਲ ਲੈ ਕੇ ਆਓ ਕਿ ਹਰਨੀਆ ਕਿਸੇ ਦੇਸੀ ਦਵਾਈ ਨਾਲ ਠੀਕ ਹੋ ਜਾਏਗਾ, ਕਿਸੇ ਹੋਰ ਚੀਜ਼ ਨਾਲ ਠੀਕ ਹੋ ਜਾਏ, ਕਿਸੇ ਮਾਲਿਸ਼ ਨਾਲ ਠੀਕ ਹੋ ਜਾਏਗਾ। ਨਹੀਂ, ਇੱਕ ਸਿੰਪਲ ਜੀ ਚੀਜ਼ ਆ, ਪ੍ਰੈਸ਼ਰ ਦੇ ਨਾਲ ਹਰਨੀਆ ਹੋਰ ਵਧੇਗਾ। ਸੋ ਉਹ ਜੀ ਚੀਜ਼ ਅਵੋਇਡ ਕਰੋ ਤਦ ਤੱਕ ਜਦ ਤੱਕ ਆਪਾਂ ਆਪਰੇਸ਼ਨ ਨਹੀਂ ਕਰਾਉਂਦੇ। ਇੱਕ ਮੈਂ ਆਮ ਬੰਦੇ ਨੂੰ ਸਮਝਾਉਣ ਲਈ ਇਹ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਆਪਣਾ ਕੋਈ ਕੱਪੜਾ ਫਟਿਆ ਹੋਇਆ ਅਸੀਂ ਰਫੂ ਕਰਨ ਲਈ ਇੱਕ ਅਲੱਗ ਟਾਕੀ ਲਾ ਦਿੰਦੇ ਹਾਂ, ਇਸੇ ਤਰ੍ਹਾਂ ਹੀ ਅਸੀਂ ਅੰਦਰ ਇੱਕ ਮੈਸ਼ ਹੁੰਦੀ ਹੈ, ਸਪੈਸ਼ਲ ਜਿਹੜੀ ਮੈਸ਼ ਹੈ ਉਹ ਲਗਾ ਦਿੰਦੇ ਹਾਂ ਤਾਂ ਜੇ ਉਹ ਏਰੀਆ ਸਟਰੈਂਥਨ ਰਹੇ। ਟਾਈਪ ਆਫ ਹਰਨੀਆ ਦੇਖ ਕੇ ਆਫਟਰ ਅਸੈਸਮੈਂਟ ਕਿਹੜਾ ਪ੍ਰੋਸੀਜਰ ਹੋਣਾ ਹੈ, ਮੈਸ਼ ਦਾ ਸਾਈਜ਼ ਕੀ ਪੈਣਾ ਹੈ, ਸੋ ਉਹਦੇ ਅਕੋਰਡਿੰਗ ਹੀ ਆਪਾਂ ਅਸੈਸਮੈਂਟ ਕਰ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਨਿਊਜ਼ ਫਟਾਫਟ। ਅੱਜ ਗੱਲ ਕਰਾਂਗੇ ਜਿਹੜੀਆਂ ਆਮ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਬਿਮਾਰੀ ਹਰਨੀਆ ਦੀ ਬਿਮਾਰੀ ਹੈ, ਜਿਹੜੀ ਕਿ ਬਹੁਤ ਹੀ ਪ੍ਰਚਲਿਤ ਬਿਮਾਰੀ ਹੈ ਔਰ ਕਿਸੇ ਵੀ ਏਜ ਦੇ ਵਿੱਚ, ਕਿਸੇ ਵੀ ਏਜ ਗਰੁੱਪ ਦੇ ਵਿੱਚ ਹੋ ਸਕਦੀ ਹੈ, ਉਹ ਚਾਹੇ ਬੱਚਾ ਹੈ ਚਾਹੇ ਵੱਡਾ ਹੈ। ਸੋ ਇਹਨਾਂ ਹੀ ਬਿਮਾਰੀਆਂ ਦੇ ਜਿਹੜੇ ਮਾਹਿਰ ਨੇ ਡਾਕਟਰ HS ਵੈਲਦੀ, ਜਿਹੜੇ ਕਿ ਸੁਪਰ ਸਪੈਸ਼ਲਿਸਟ ਨੇ ਸਰਜਰੀ ਦੇ, ਉਹਨਾਂ ਨਾਲ ਗੱਲ ਕਰਾਂਗੇ ਅਤੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੀ ਬਿਮਾਰੀ ਹੈ ਇਹ ਇਸ ਨੂੰ ਕਿਵੇਂ, ਇਹਦੇ ਲੱਛਣ ਨੇ, ਕਿਵੇਂ ਇਸ ਨੂੰ ਪ੍ਰੀਕਾਸ਼ਨਰੀ ਕੇਅਰ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਫਿਰ ਇਸ ਦਾ ਅੱਗੇ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ। ਡਾਕਟਰ ਸਾਹਿਬ, ਜਿਹੜਾ ਹਰਨੀਆ ਇਹ ਦੱਸੋ ਵੀ ਇਹ ਕਿਸ ਤਰ੍ਹਾਂ, ਮਤਲਬ ਇਹਦੇ ਜਿਹੜੇ ਸਿੰਪਟਮਸ ਨੇ ਉਹ ਕੀ ਸਿੰਪਟਮਸ ਹੁੰਦੇ ਨੇ, ਕੀ ਚੀਜ਼ ਹੈ ਹਰਨੀਆ? ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਆਪਾਂ ਕਹਿੰਦੇ ਹਾਂ ਮੈਨੂੰ ਹਰਨੀਆ ਹੋ ਗਿਆ, ਉਹਦੇ 'ਚ ਕੀ ਹੁੰਦਾ, ਤੁਹਾਡੇ ਪੇਟ ਦੇ ਵਿੱਚ ਆਪਣੇ ਅੰਤੜੀਆਂ ਹੈਗੀਆਂ। ਜਦੋਂ ਪੇਟ ਦੀ ਅੰਤੜੀ ਕਿਸੇ ਵੀ ਕਮਜ਼ੋਰ ਪੇਟ ਦੇ ਹਿੱਸੇ 'ਚੋਂ ਬਾਹਰ ਆ ਜਾਂਦੀ ਹੈ ਤਾਂ ਉਹ ਬਾਹਰ ਇੱਕ ਫਲਾਵਟ ਦੇ ਰੂਪ ਵਿੱਚ ਤੁਹਾਨੂੰ ਮਹਿਸੂਸ ਹੋਏਗਾ। ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਹਾਂ ਕਿ ਪੇਟ ਦੇ ਨੀਚਲੇ ਹਿੱਸੇ ਦੇ ਵਿੱਚ ਤੁਹਾਨੂੰ ਕਈ ਵਾਰ ਲੱਗਦਾ ਜੇ ਮੈਂ ਖਾਂਸੀ ਕਰਦਾ ਜਾਂ ਮੈਂ ਜ਼ੋਰ ਲਗਾਉਂਦਾ ਤਾਂ ਉਹ ਹਿੱਸਾ ਮੇਰਾ ਫੁੱਲ ਕੇ ਬਾਹਰ ਆ ਜਾਂਦਾ। ਉਸ ਚੀਜ਼ ਨੂੰ ਆਪਾਂ ਹਰਨੀਆ ਦੇ ਰੂਪ ਵਿੱਚ ਲੈਂਦੇ ਹਾਂ ਅਤੇ ਉਹਨੂੰ ਅਸੀਂ ਹਰਨੀਆ ਕਹਿੰਦੇ ਹਾਂ। ਹਾਂਜੀ। ਅਤੇ ਡਾਕਟਰ ਸਾਹਿਬ, ਇਹ ਜਿਵੇਂ ਮਤਲਬ ਕੋਈ ਵੀ ਬੋਡੀ ਦਾ ਪਾਰਟ ਹੈ, ਮਤਲਬ ਉਹ ਕੱਟ ਜਾਂਦਾ, ਉਹਦੇ ਵਿੱਚੋਂ ਦੂਜੇ ਪਾਰਟ ਦੇ ਵਿੱਚ ਉਹ ਇਨਵੋਲਵ ਹੋ ਜਾਂਦਾ, ਇਸ ਤਰ੍ਹਾਂ ਹੀ ਕਹਿਣਾ ਚਾਹੁੰਦੇ ਹੋ? ਦੂਜੇ ਪਾਰਟ ਦੇ ਵਿੱਚੋਂ ਨਿਕਲ ਕੇ ਦਿਖਦਾ? ਬਿਲਕੁਲ। ਜਿਹੜੀ ਚੀਜ਼ ਆਪਣੀ ਜਗ੍ਹਾ ਤੋਂ ਹਿੱਲ ਕੇ ਬਾਹਰ ਆ ਗਈ, ਓਕੇ। ਫਰਜ਼ ਕਰੋ ਇੱਕ ਪੇਟ ਦੀ ਅੰਤੜੀ ਜੇ ਛਾਤੀ ਦੇ ਵਿੱਚ ਚਲੀ ਗਈ ਤਾਂ ਉਹਨੂੰ ਅਸੀਂ ਇੰਟਰਨਲ ਹਰਨੀਆ ਕਹਿੰਦੇ ਹਾਂ। ਜੇ ਉਹ ਬਾਹਰ ਦਿਖਣ ਲੱਗ ਗਈ, ਜਿਵੇਂ ਧੁੰਨੀ ਕਈਆਂ ਦੀ ਤੁਸੀਂ ਦੇਖਿਆ ਹੋਣਾ ਫੁੱਲ ਜਾਂਦੀ ਹੈ, ਉਹ ਖੰਘਦਿਆਂ ਹੋਰ ਫੁੱਲ ਜਾਂਦੀ ਹੈ, ਮੋਟੀ ਹੋਈ ਹੁੰਦੀ ਹੈ, ਕਈਆਂ ਦੀ ਇੰਨੀ ਮੋਟੀ ਹੁੰਦੀ ਹੈ ਕਿ ਜੇ ਉਹ ਕੋਈ ਟੀ-ਸ਼ਰਟ ਜਾਂ ਟਾਈਟ ਕੱਪੜਾ ਪਾਉਣਗੇ ਤਾਂ ਇੱਥੇ ਫਲਾਵਟ ਨਜ਼ਰ ਆਏਗੀ। ਉਹ ਵੀ ਇੱਕ ਹਰਨੀਆ ਦੀ ਹੀ ਵੈਰਾਈਟੀ ਹੈਗੀ ਹੈ ਅਤੇ ਇਹ ਬਾਡੀ ਦੇ ਕਈ ਹਿੱਸਿਆਂ ਦੇ ਵਿੱਚ ਹੋ ਸਕਦਾ ਹੈ, ਜਿਵੇਂ ਅਸੀਂ ਗੱਲ ਕਰਾਂਗੇ। ਅਤੇ ਡਾਕਟਰ ਸਾਹਿਬ, ਇਹਦੇ ਕਿਸ ਤਰ੍ਹਾਂ, ਮਤਲਬ ਜਿਵੇਂ ਇਹ ਟਾਈਪਸ ਨੇਗੇ, ਇਹ ਕਿਹੜੀ ਏਜ ਦੇ ਵਿੱਚ ਹੋ ਸਕਦਾ ਵੀ, ਮਤਲਬ ਜਿਹੜਾ ਹਰਨੀਆ ਹੈ ਬੱਚਿਆਂ ਦੀ ਏਜ ਦੇ ਵਿੱਚ ਹੀ ਹੁੰਦਾ ਹੈ ਜਾਂ ਬੁਢਾਪੇ 'ਚ ਵੀ ਹੋ ਸਕਦਾ ਹੈ, ਜਾਂ ਇਹਦੇ ਕਿੰਨੇ ਤਰ੍ਹਾਂ ਦੇ ਹੁੰਦਾ, ਬਾਡੀ ਦੇ ਕਿਹੜੇ ਪਾਰਟ 'ਚ ਇਹ ਹੋ ਸਕਦਾ ਹੈ? ਦੇਖੋ, ਬੜਾ ਅੱਛਾ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਹਰਨੀਆ ਕਿਸੇ ਵੀ ਏਜ ਦੇ ਵਿੱਚ ਹੋ ਸਕਦਾ ਹੈ। ਮੈਂ ਇਹ ਕਲੀਅਰ ਕਰ ਰਿਹਾ ਕਿ ਜੰਮਦੇ ਬੱਚੇ ਦੇ ਵਿੱਚ ਵੀ ਹਰਨੀਆ ਹੋ ਸਕਦਾ ਹੈ। ਕਈ ਅਸੀਂ ਬੱਚੇ ਕੀਤੇ ਨੇ ਜਿਹੜੇ ਕੁਝ ਘੰਟਿਆਂ ਦੇ ਹੀ ਹੁੰਦੇ ਆ, ਉਹਨਾਂ ਦੇ ਵਿੱਚ ਨਾਲ ਦੀ ਨਾਲ ਹਰਨੀਆ ਦਾ ਆਪਰੇਸ਼ਨ ਕਰਨਾ ਪੈ ਜਾਂਦਾ। ਸੋ ਹਰਨੀਆ ਬੱਚਿਆਂ 'ਚ ਵੀ, ਯੰਗ ਏਜ 'ਚ ਵੀ ਅਤੇ ਬਜ਼ੁਰਗਾਂ 'ਚ ਵੀ, ਕਿਸੇ ਵੀ ਉਮਰ ਦੇ ਵਿੱਚ, ਕਿਸੇ ਵੀ ਸੈਕਸ ਦੇ ਵਿੱਚ ਹੋ ਸਕਦਾ, ਇਸਤਰੀਆਂ 'ਚ ਵੀ ਅਤੇ ਮਰਦਾਂ ਦੇ ਵਿੱਚ ਵੀ। ਸੋ ਜਿਹੜਾ ਹਰਨੀਆ ਬੱਚਿਆਂ 'ਚ ਹੁੰਦਾ ਇਹ ਜਮਾਂਦਰੂ ਹਰਨੀਆ ਹੁੰਦਾ ਇਹ। ਸੋ ਇਹ ਜਨਮ ਤੋਂ ਹੀ ਬਣਤਰ ਦੇ ਵਿੱਚ ਬਾਡੀ ਦਾ ਕੁਝ ਹਿੱਸਾ ਜਿਹੜਾ ਅੰਦਰਲਾ ਬਾਹਰ ਆ ਗਿਆ, ਬਾਹਰ ਫਲਾਵਟ ਹੋ ਗਈ, ਬੱਚਿਆਂ ਦੇ ਪਤਾਲੂਆਂ ਦੇ ਵਿੱਚ ਸੋਜਿਸ਼ ਆ ਗਈ, ਧੁੰਨੀ ਬਾਹਰ ਆ ਗਈ। ਸੋ ਉਸ ਕੰਡੀਸ਼ਨ ਦੇ ਵਿੱਚ ਇਹ ਹਰਨੀਆ ਜਿਹੜਾ ਹੈ ਉਹ ਅਸੀਂ ਜਮਾਂਦਰੂ ਹਰਨੀਆ ਦੇ ਰੂਪ ਵਿੱਚ ਲੈਂਦੇ ਹਾਂ। ਯੰਗ ਏਜ ਦੇ ਵਿੱਚ ਹਰਨੀਆ, ਜਦੋਂ ਮਸਲ ਮਾਸ ਪੱਠੇ ਕਮਜ਼ੋਰ ਹੁੰਦੇ ਆ,
ਉਹ ਬਾਡੀ ਦਾ ਅੰਦਰਲਾ ਪ੍ਰੈਸ਼ਰ ਨਹੀਂ ਝੱਲ ਸਕਦੇ, ਤਾਂ ਉਹਦੇ ਵਿੱਚੋਂ ਬਾਡੀ ਦੀ ਅੰਤੜੀ ਬਾਹਰ ਦੇ ਰੂਪ ਵਿੱਚ ਆ ਜਾਂਦੀ ਹੈ, ਤਾਂ ਉਹ ਯੰਗ ਏਜ 'ਚ ਹਰਨੀਆ। ਇਸੇ ਤਰ੍ਹਾਂ ਬਜ਼ੁਰਗਾਂ ਦੇ ਵਿੱਚ, ਜਦੋਂ ਬਜ਼ੁਰਗਾਂ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋਏ ਕਿ ਗਦੂਦ ਵਧੇ ਹੋਣ, ਪਿਸ਼ਾਬ ਕਰਨ ਲੱਗਿਆਂ ਜ਼ੋਰ ਲਾਉਣਾ ਪੈਂਦਾ ਹੋਏ, ਜਾਂ ਖਾਂਸੀ ਦੀ ਬਿਮਾਰੀ ਹੋਏ, ਜਿਨ੍ਹਾਂ ਨੂੰ ਕਰੋਨਿਕ ਅਸਥਮਾ ਜਾਂ ਦਮਾ ਆਪਾਂ ਕਹਿੰਦੇ ਆ, ਜਾਂ ਪੇਸ਼ੈਂਟ ਜਿਨ੍ਹਾਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਜ਼ੋਰ ਨਾਲ ਕਰਨੀ ਪੈਂਦੀ, ਕਬਜ਼ ਹੈ, ਉਹਦੇ 'ਚ ਜ਼ੋਰ ਲਾਉਣਾ ਪੈਂਦਾ, ਉਹਦੇ 'ਚ ਪੇਟ ਦਾ ਪ੍ਰੈਸ਼ਰ ਵਧੇਗਾ, ਉਹਦੇ ਨਾਲ ਹਰਨੀਆਂ ਹੋਣ ਦੇ ਚਾਂਸ ਵੱਧ ਜਾਂਦੇ ਨੇ। ਡਾਕਟਰ ਸਾਹਿਬ ਕਿਹੜੀ ਕਿਹੜੀ ਬਾਡੀ ਦੇ ਕਿਸ ਕਿਸ ਪਾਰਟ ਦੇ ਵਿੱਚ ਹੋ ਸਕਦਾ ਹੈ? ਕਾਮਨ ਹਰਨੀਆਂ ਅਸੀਂ ਜਿਹਨੂੰ ਕਹਿੰਦੇ ਆ ਪੇਟ ਦੇ ਨਿਚਲੇ ਹਿੱਸੇ, ਜਿਹਨੂੰ ਸੰਨਾਂ ਦੇ ਵਿੱਚ ਕਹਿ ਦਿੰਦੇ ਆ। ਮਰਦਾਂ ਦੇ ਵਿੱਚ ਸੰਨਾਂ ਦੇ ਵਿੱਚੋਂ ਦੀ ਫਲਾਵਟ ਹੌਲੀ ਹੌਲੀ ਪਤਾਲੂਆਂ ਚਲੀ ਜਾਂਦੀ ਹੈ। ਇਸੇ ਤਰ੍ਹਾਂ ਇਸਤਰੀਆਂ ਦੇ ਵਿੱਚ ਹੋ ਸਕਦਾ ਹੈ, ਧੁੰਨੀ ਦੀ ਜਗ੍ਹਾ 'ਤੇ ਹੋ ਸਕਦਾ ਹੈ, ਪਿਛਲੇ ਪਾਸੇ ਪਿੱਠ ਦੇ ਵਿੱਚ ਹੋ ਸਕਦਾ ਹੈ, ਜਿਹੜਾ ਕਿ ਅਨਯੂਜਲ ਹੈ। ਇਸ ਤੋਂ ਇਲਾਵਾ ਅੰਦਰੂਨੀ ਹਰਨੀਆਂ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਪੇਟ ਦੀ ਅੰਤੜੀ ਜਿਹੜੀ ਹੈ ਉਹ ਉੱਪਰ ਚੜ੍ਹ ਕੇ ਛਾਤੀ ਦੇ ਹਿੱਸੇ ਵੱਲ ਚਲੀ ਜਾਂਦੀ ਹੈ, ਉਹਨੂੰ ਅਸੀਂ ਇੰਟਰਨਲ ਹਰਨੀਆਂ ਕਹਿੰਦੇ ਹਾਂ। ਸੋ ਹਰਨੀਆਂ ਇਹ ਨਹੀਂ ਵੀ ਇੱਕੋ ਹੀ ਜਗ੍ਹਾ 'ਤੇ ਹੁੰਦਾ, ਬਾਡੀ ਦੇ ਕਈ ਪਾਰਟ ਦੇ ਵਿੱਚ, ਕਈ ਹਿੱਸਿਆਂ ਦੇ ਵਿੱਚ ਇਹ ਹੋ ਸਕਦਾ ਹੈ। ਡਾਕਟਰ ਸਾਹਿਬ ਕਿ ਫਿਰ ਕਿਵੇਂ ਇਨਵੈਸਟੀਗੇਟ, ਹੁਣ ਜਿਵੇਂ ਕਿਸੇ ਵੀ ਬੰਦੇ ਨੂੰ ਹਰਨੀਆ ਹੋ ਗਿਆ ਤਾਂ ਉਹਨੂੰ ਕਿਵੇਂ ਇਨਵੈਸਟੀਗੇਟ ਕਰਾਂਗੇ ਆਪਾਂ, ਕਿਵੇਂ ਪਤਾ ਲੱਗੂਗਾ ਬੰਦੇ ਨੂੰ ਕਿ ਉਸਨੂੰ ਹਰਨੀਆ ਹੋ ਗਿਆ? ਕਿਉਂਕਿ ਕਈ ਵਾਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਜਿਹੜੀ ਦਿੱਕਤ ਆ ਉਹ ਹਰਨੀਆ ਦੀ ਦਿੱਕਤ ਹੈ, ਉਹ ਅਗਲਾ ਇਹ ਸਮਝੀ ਜਾਂਦਾ ਵੀ ਪਤਾ ਨਹੀਂ ਕੀ ਚੀਜ਼ ਹੈ। ਇਹਦੀ ਕਿਵੇਂ ਇਨਵੈਸਟੀਗੇਸ਼ਨ ਹੋਏਗੀ ਇਸ ਚੀਜ਼ ਦੀ? ਦੇਖੋ, ਇੱਕ ਮੈਂ ਇਹ ਚੀਜ਼ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦ ਤੱਕ ਆਪਾਂ ਨੂੰ ਕੋਈ ਚੀਜ਼ ਪੇਨ ਨਹੀਂ ਕਰਦੀ, ਅਸੀਂ ਉਹਦੇ ਲਈ ਡਾਕਟਰੀ ਸਹਾਇਤਾ ਲੈਣ ਨਹੀਂ ਜਾਂਦੇ, ਅਸੀਂ ਉਹਨੂੰ ਇਗਨੋਰ ਕਰਦੇ ਰਹਿੰਦੇ ਹਾਂ। ਸਭ ਤੋਂ ਪਹਿਲਾ ਫੀਚਰ ਇਹ ਹੁੰਦਾ, ਜੇ ਪੇਨ ਹੋਏਗੀ ਤਾਂ ਅਸੀਂ ਭੱਜੇ ਜਾਂਦੇ ਹਾਂ, ਕਿਉਂਕਿ ਪੇਨ ਬਰਦਾਸ਼ਤ ਕੋਈ ਵੀ ਨਹੀਂ ਕਰ ਸਕਦਾ। ਇਟ ਇਜ਼ ਦੀ ਵੈਰੀ ਅਨਪਲੇਜ਼ੈਂਟ ਸੈਂਸੇਸ਼ਨ ਫॉर ਐਵਰੀਬਾਡੀ। ਸੋ ਅਸੀਂ ਜੇ ਹਰਨੀਆ ਦੋ ਤਰ੍ਹਾਂ ਦਾ ਅਸੀਂ ਕਹਿੰਦੇ, ਇੱਕ ਕੰਪਲੀਕੇਟਡ, ਇੱਕ ਨਾਨ ਕੰਪਲੀਕੇਟਡ। ਨਾਨ ਕੰਪਲੀਕੇਟਡ ਵਿੱਚ ਇਕੱਲੀ ਫਲਾਵਟ ਹੋਏਗੀ, ਅਸੀਂ ਦੇਖਦੇ ਹਾਂ ਹੱਥ ਜਿਹਾ ਲਾ ਕੇ, ਚੱਲ ਯਾਰ ਇਹ ਸੋਜਿਸ਼ ਹੈ, ਕੋਈ ਇਹਦੇ 'ਚ ਕੋਈ ਦਰਦ ਨਹੀਂ, ਕੁਛ ਨਹੀਂ, ਛੱਡ ਕੀ ਜਾਣਾ ਆਪਾਂ। ਉਹੋ ਜਿਹੇ ਕੇਸ ਹੁੰਦੇ ਨੇ ਨਾਨ ਕੰਪਲੀਕੇਟਡ। ਕੰਪਲੀਕੇਸ਼ਨ ਦੇ ਵਿੱਚ ਕੀ ਹੋਏਗੀ, ਜਦੋਂ ਹਰਨੀਆ ਬਾਹਰ ਆ ਕੇ ਫਸ ਗਿਆ, ਉਹ ਤੁਹਾਨੂੰ ਦਰਦ ਕਰਨ ਲੱਗ ਗਿਆ, ਅੰਤੜੀ ਬਾਹਰ ਆ ਕੇ ਫਸ ਗਈ, ਜਿਵੇਂ ਆਪਾਂ ਉਂਗਲੀ ਦੇ ਉੱਤੇ ਰਬੜ ਚੜਾ ਦੀ, ਅੱਗੋਂ ਖੂਨ ਦਾ ਦੌਰਾ ਘਟ ਜਾਂਦਾ, ਇਸੇ ਤਰ੍ਹਾਂ ਅੰਤੜੀ ਬਾਹਰ ਆ ਗਈ, ਉਹਦਾ ਖੂਨ ਦਾ ਦੌਰਾ ਘਟ ਗਿਆ, ਉਹ ਇੱਕ ਸੀਰੀਅਸ ਸਿਚੁਏਸ਼ਨ ਬਣ ਜਾਂਦੀ ਹੈ। ਉਸ ਕੇਸ ਦੇ ਵਿੱਚ ਜਿਹੜਾ ਅਸੀਂ ਇਹ ਕਹਿੰਦੇ ਆ ਕਿ ਕੰਪਲੀਕੇਸ਼ਨ ਹੋ ਗਈ ਹਰਨੀਆ ਨੂੰ। ਜਦੋਂ ਹਰਨੀਆ ਨੂੰ ਕੰਪਲੀਕੇਸ਼ਨ ਹੋ ਗਈ ਤਾਂ ਇੱਕੋ ਐਮਰਜੈਂਸੀ ਬਣ ਜਾਂਦੀ ਹੈ। ਸੋ ਸਭ ਤੋਂ ਵੱਡਾ ਫੀਚਰ ਇਹ ਹੋਏਗਾ ਕਿ ਪੇਸ਼ੈਂਟ ਖੁਦ ਹੀ ਸਾਨੂੰ ਦੱਸੇਗਾ ਆ ਕੇ ਕਿ ਆ ਜੀ ਮੇਰੇ ਫਲਾਵਟ ਹੈ। ਜਿਹੜੇ ਹੈਲਥ ਕੌਨਸ਼ੀਅਸ ਨੇ ਉਹ ਨਾਲ ਦੀ ਨਾਲ ਆਉਣਗੇ, ਨਿੱਕੀ ਜਿਹੀ ਗੱਲ ਹੋਏਗੀ, ਡਿਪੈਂਡ ਕਰਦਾ ਬੰਦਾ ਕਿੰਨੀ ਕੁ ਸੀਰੀਅਸਲੀ ਆਪਣੀ ਬਾਡੀ ਨੂੰ ਲੈਂਦਾ। ਜੇ ਬੰਦਾ ਸੀਰੀਅਸਲੀ ਲੈਣ ਵਾਲਾ ਹੈ, ਉਹ ਇੱਕ ਰਾਤ ਵੀ ਨਹੀਂ ਉਡੀਕੇਗਾ, ਸਵੇਰੇ ਦੇਖੇਗਾ ਭੱਜਿਆ ਆਏਗਾ, ਡਾਕਟਰ ਸਾਹਿਬ ਇੱਥੋਂ ਸਰੀਰ ਫੁੱਲ ਰਿਹਾ। ਦੂਸਰਾ ਬੰਦਾ ਜਦ ਤੱਕ ਕੰਪਲੀਕੇਸ਼ਨ ਨਹੀਂ ਹੋਏਗੀ ਤਦ ਤੱਕ ਨਹੀਂ ਆਏਗਾ ਉਹ ਬੰਦਾ। ਵੀ ਮਤਲਬ ਇੱਕ ਬੰਦੇ ਨੂੰ ਕਿੰਨੀ ਕੁ ਪ੍ਰੋਬਲਮ ਹੈ, ਬੰਦੇ ਦਾ ਜੇ ਦਰਦ ਪੂਰਾ ਹੈ ਤਾਂ ਫਿਰ ਉਹ ਬੰਦਾ ਜਲਦੀ ਆ ਜਾਊਗਾ, ਜੇ ਕਹਿੰਦਾ ਵੀ ਠੀਕ ਹੈ ਯਾਰ ਇਹ ਦਰਦ ਤਾਂ ਹੋ ਨਹੀਂ ਰਿਹਾ, ਚਾਹੋ ਉਹ ਉਸ ਨੂੰ ਇਗਨੋਰ ਵੀ ਕਰਦਾ ਹੈ, ਇਹ ਕਹਿਣਾ ਚਾਹੁੰਦੇ ਹੋ। ਤੇ ਡਾਕਟਰ ਸਾਹਿਬ ਫਿਰ ਆਪਾਂ ਇਹ ਜਦੋਂ ਮਤਲਬ ਇਸਦਾ ਫਿਰ ਕੀ ਟ੍ਰੀਟਮੈਂਟ ਸਕੀਮ ਹੈ? ਜੇ ਬੰਦੇ ਦਾ ਬਹੁਤ ਮਤਲਬ ਬੰਦਾ ਪੇਸ਼ੈਂਟ ਜਿਹੜਾ ਹੈਗਾ, ਜੇ ਉਹਨੂੰ ਬਹੁਤ ਦਰਦ ਹੈ ਤਾਂ ਫਿਰ ਤੁਸੀਂ ਇਹਦਾ ਕੀ ਟ੍ਰੀਟਮੈਂਟ ਕਰਦੇ ਹੋ? ਸੋ ਸਭ ਤੋਂ ਵੱਡਾ ਡਾਇਗਨੋਸਿਸ ਜੇ ਅਸੀਂ ਕਹਿੰਦੇ ਹਾਂ ਇਨਵੈਸਟੀਗੇਸ਼ਨ ਇਹ ਹੈ ਕਿ ਜੋ ਸਾਹਮਣੇ ਸਾਡੇ ਨਜ਼ਰ ਆ ਰਹੀ ਹੈ ਉਹ ਸਭ ਤੋਂ ਵੱਡਾ ਸਾਡੇ ਲਈ ਇਨਵੈਸਟੀਗੇਸ਼ਨ ਆ, ਜੋ ਸਾਹਮਣੇ ਦਿਖ ਰਿਹਾ ਹੈ। ਉਸ ਤੋਂ ਇਲਾਵਾ ਅਸੀਂ ਇਹਨੂੰ ਕਨਫਰਮ ਕਰਨ ਵਾਸਤੇ ਅਲਟਰਾਸਾਊਂਡ, CT ਸਕੈਨ ਜਾਂ MRI ਕਰਵਾਉਂਦੇ ਹਾਂ ਅਸੀਂ। ਜਦੋਂ ਡਾਇਗਨੋਸਿਸ ਕਨਫਰਮ ਹੋ ਜਾਂਦਾ ਹੈ ਫਿਰ ਇਹਦੀ ਟ੍ਰੀਟਮੈਂਟ ਹਰਨੀਆ ਦੀ ਸਰਜਰੀ ਹੋਈ ਹੈ। ਸੋ ਮੈਂ ਇੱਕ ਸਾਰਿਆਂ ਨੂੰ ਐਡਵਾਈਸ ਦੇਣਾ ਚਾਹੁੰਦਾ ਔਰ ਬੇਨਤੀ ਵੀ ਕਰਨਾ ਚਾਹੁੰਦਾ ਕਿ ਕਦੇ ਵੀ ਮਨ 'ਚ ਇਹ ਨਾ ਗੱਲ ਲੈ ਕੇ ਆਓ ਕਿ ਹਰਨੀਆ ਕਿਸੇ ਦੇਸੀ ਦਵਾਈ ਨਾਲ ਠੀਕ ਹੋ ਜਾਏਗਾ, ਕਿਸੇ ਹੋਰ ਚੀਜ਼ ਨਾਲ ਠੀਕ ਹੋ ਜਾਏ, ਕਿਸੇ ਮਾਲਿਸ਼ ਨਾਲ ਠੀਕ ਹੋ ਜਾਏਗਾ। ਨਹੀਂ, ਹਰਨੀਆ ਦਾ ਇਲਾਜ ਆਪਰੇਸ਼ਨ ਹੀ ਹੈ, ਜਿਹੜੀ ਮਰਜ਼ੀ ਸਟੇਜ 'ਤੇ ਹੋਏ, ਜਿਹੜੀ ਮਰਜ਼ੀ ਏਜ ਹੋਏ। ਔਰ ਬੈਸਟ ਆਪਰੇਸ਼ਨ ਦਾ ਟਾਈਮ ਉਹ ਹੈ ਕਿ ਜਦੋਂ ਡਾਇਗਨੋਸ ਹਰਨੀਆ ਹੋ ਜੇ, ਜਿੰਨੀ ਜਲਦੀ ਆਪਰੇਸ਼ਨ ਆਪਾਂ ਕਰਾ ਲੈਂਦੇ ਹਾਂ ਉਨਾ ਆਪਾਂ ਕੰਪਲੀਕੇਸ਼ਨ ਤੋਂ ਬਚ ਜਾਂਦੇ ਹਾਂ। ਸੋ ਟ੍ਰੀਟਮੈਂਟ ਇਹਦੀ ਸਰਜਰੀ ਹੀ ਹੈ। ਡਾਕਟਰ ਸਾਹਿਬ ਤੁਸੀਂ ਮੇਰਾ ਨੈਕਸਟ ਕੁਐਸਚਨ ਐਕਚੁਅਲੀ ਇਹੀ ਹੋਣਾ ਸੀਗਾ ਜੋ ਤੁਸੀਂ ਜਵਾਬ ਦੇਤਾ, ਕਿਉਂਕਿ ਅੱਜ ਕੱਲ੍ਹ ਬੜੇ ਆਪਾਂ ਦੇਖਦੇ ਹਾਂ ਚੈਨਲਾਂ 'ਤੇ ਐਡ ਵੀ ਕਰਦੇ ਨੇ, ਰੂਹਾਨੀ ਬਾਬਾ ਇਹ ਉਹ ਹਰਨੀਆ ਦਾ ਇਲਾਜ ਜਾਂ ਕੁਝ ਦਵਾਈਆਂ ਦੇ ਨਾਲ ਜਾਂ ਮਾਲਸ਼ਾਂ ਦੇ ਨਾਲ, ਪਰ ਤੁਸੀਂ ਜਿਹੜਾ ਜਵਾਬ ਦੇਤਾ ਉਹ ਪਹਿਲਾਂ ਹੀ ਦੇਤਾ ਵੀ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹ ਸਿਰਫ ਸਰਜਰੀ ਹੋਈ ਹੈ। ਉਹ ਉਸ ਤੋਂ ਇਲਾਵਾ ਡਾਕਟਰ ਸਾਹਿਬ ਜੇ ਆਪਾਂ ਮੰਨੀਏ ਵੀ ਜੇ ਇਹਦਾ ਕੋਈ ਪ੍ਰੀਕਾਸ਼ਨ ਵੀ ਲੈ ਸਕਦੇ ਹਾਂ ਵੀ ਮਤਲਬ ਜੇ ਬੰਦਾ ਕੋਈ ਜਿਸ ਕਿਸੇ ਨੂੰ ਹਰਨੀਆ
ਅਗਲੇ ਨੂੰ ਲੱਗਦਾ ਵੀ ਹਾਂ ਮੈਨੂੰ ਹਰਨੀਆ ਹੋ ਸਕਦਾ ਜਾਂ ਹਰਨੀਆ ਹੈਗਾ ਇਹ, ਤਾਂ ਇਹਦੀ ਕੋਈ ਪ੍ਰੀਕਾਸ਼ਨਸ ਵੀ ਹੈਗੀਆਂ ਨੇਗੀਆਂ ਜਾਂ ਆਫਟਰ ਆਪਰੇਸ਼ਨ ਤੋਂ ਬਾਅਦ ਵੀ ਕੋਈ ਪ੍ਰੀਕਾਸ਼ਨਸ ਹੋ ਸਕਦੀਆਂ ਨੇ, ਵੀ ਕੀ ਪ੍ਰੀਕਾਸ਼ਨਸ ਆਫਟਰ ਆਪਰੇਸ਼ਨ ਜਾਂ ਹਰਨੀਆ ਹੋਣ ਤੋਂ ਪਹਿਲਾਂ? ਦੇਖੋ, ਜੇ ਹਰਨੀਆ ਇੱਕ ਵਾਰ ਡਾਇਗਨੋਸ ਹੋ ਜੇ, ਅਸੀਂ ਜਦ ਤੱਕ ਆਪਰੇਟ ਨਹੀਂ ਕਰਾਉਣਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹਦੇ 'ਚ ਪੇਟ ਦਾ ਪ੍ਰੈਸ਼ਰ ਵਧੇ, ਜ਼ੋਰ ਲੱਗੇ, ਜਿਸ ਤਰ੍ਹਾਂ ਖਾਂਸੀ ਹੈ, ਕਬਜ਼ ਹੈ, ਕੋਈ ਹੋਰ ਬਾਥਰੂਮ ਦਾ ਜ਼ੋਰ ਲਾ ਕੇ ਆਉਂਦਾ ਹੈ, ਜਾਂ ਆਪਾਂ ਕੋਈ ਐਕਸਰਸਾਈਜ਼ ਕਰਦੇ ਹਾਂ। ਹੁਣ ਮੈਂ ਇੱਕ ਕਹਿਣਾ ਨਹੀਂ ਚਾਹੁੰਦਾ, ਜਦ ਕਿ ਮੈਂ ਹਰ ਬ੍ਰਾਂਚ ਦੀ ਮੈਡੀਕਲ ਫੀਲਡ ਦੀ ਪੂਰੀ ਇੱਜ਼ਤ ਕਰਦਾ, ਪਰ ਜੇ ਪੇਟ ਦਾ ਆਪਾਂ ਪ੍ਰੈਸ਼ਰ ਵਧੇਗਾ, ਜਿਵੇਂ ਆਪਾਂ ਕੋਈ ਜਿਮ ਲਾ ਰਹੇ ਹਾਂ, ਕੁਛ ਲਾ ਰਹੇ ਹਾਂ, ਇੱਕ ਸਿੰਪਲ ਜੀ ਚੀਜ਼ ਆ, ਪ੍ਰੈਸ਼ਰ ਦੇ ਨਾਲ ਹਰਨੀਆ ਹੋਰ ਵਧੇਗਾ। ਸੋ ਉਹ ਜੀ ਚੀਜ਼ ਅਵੋਇਡ ਕਰੋ ਤਦ ਤੱਕ ਜਦ ਤੱਕ ਆਪਾਂ ਆਪਰੇਸ਼ਨ ਨਹੀਂ ਕਰਾਉਂਦੇ। ਆਪਾਂ ਸਿੰਪਲ ਵਾਕ ਕਰ ਸਕਦੇ ਹਾਂ, ਆਪਾਂ ਡਾਈਟ ਦਾ ਧਿਆਨ ਰੱਖ ਸਕਦੇ ਹਾਂ, ਆਪਾਂ ਮੋਟਾਪਾ ਨਹੀਂ ਵਧਣ ਦੇਣਾ। ਇਸ ਤਰ੍ਹਾਂ ਦੀ ਚੀਜ਼ ਨਹੀਂ ਖਾਣੀ ਕਿ ਆਪਣਾ weight ਵਧੇ, ਕਿਉਂਕਿ ਹਰਨੀਆ ਓਬੈਸਿਟੀ ਦੇ ਵਿੱਚ, ਮੋਟਾਪੇ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈ। ਕਿਉਂਕਿ ਮੋਟਾਪੇ ਦੇ ਵਿੱਚ ਕੀ ਆ, ਮਸਲ ਕਮਜ਼ੋਰ ਹੋ ਜਾਂਦੇ ਆ, ਫੈਟ ਜੰਮ ਜਾਂਦੀ ਹੈ, ਮਸਲ ਜਿਹੜੇ ਨੇ ਉਹ ਪੇਟ ਦਾ ਅੰਦਰੂਨੀ ਪ੍ਰੈਸ਼ਰ ਨਹੀਂ ਬਰਦਾਸ਼ਤ ਕਰ ਸਕਦੇ। ਸੋ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਡਾਈਟ ਦਾ ਧਿਆਨ ਰੱਖਣਾ ਚਾਹੀਦਾ, weight ਨਹੀਂ ਵਧਣ ਦੇਣਾ ਚਾਹੀਦਾ। ਪਲੱਸ ਨਾਲ ਪੇਟ ਦੀ ਐਕਸਰਸਾਈਜ਼ ਜਿਹਦੇ ਨਾਲ ਪੇਟ ਦਾ ਪ੍ਰੈਸ਼ਰ ਵਧੇ, ਉਹ ਤਦ ਤੱਕ ਨਾ ਕਰੋ ਜਦ ਤੱਕ ਆਪਰੇਟ ਨਹੀਂ ਹੁੰਦਾ। ਤੁਹਾਡੇ ਕਹਿਣ ਦਾ ਮਤਲਬ ਡਾਕਟਰ ਸਾਹਿਬ, ਜਿਹੜੀ ਇਹ ਚੀਜ਼ ਹੈ ਉਹ ਵੀਕਨੈਸ ਆਫ ਮਸਲਸ ਹੈ। ਜਦੋਂ ਮਸਲਸ ਤੁਹਾਡੀਆਂ ਵੀਕ ਹੋ ਗਈਆਂ ਤਾਂ ਉਹ ਜਿਹੜਾ ਤੁਹਾਡਾ ਅੰਦਰੋਂ ਇੰਟਰਨਲ ਜਿਹੜਾ ਬੋਡੀ ਪਾਰਟਸ ਹੈ ਉਹ ਕਿਤੋਂ ਵੀ ਨਿਕਲ ਸਕਦਾ ਹੈ, ਇਹੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ? ਇਹ ਆਫਟਰ ਟ੍ਰੀਟਮੈਂਟ, ਮਤਲਬ ਜਦੋਂ ਤੁਸੀਂ ਇੱਕ ਆਪਰੇਸ਼ਨ ਇਸ ਦਾ ਕਰ ਦਿੰਦੇ ਹੋ ਹਰਨੀਆ ਦਾ, ਉਸ ਤੋਂ ਬਾਅਦ ਕੀ ਪ੍ਰੀਕਾਸ਼ਨਸ ਲਏ ਮਰੀਜ਼? ਦੇਖੋ, ਹਰਨੀਆ ਦੇ ਆਪਰੇਸ਼ਨ ਦੇ ਵਿੱਚ ਜਿਵੇਂ ਹਰਨੀਆ ਦੇ ਵੀਕ ਏਰੀਆ ਨੂੰ, ਮਸਲ ਨੂੰ ਕਵਰ ਕਰਨ ਲਈ ਜਾਲੀ ਹੁੰਦੀ, ਜਿਹਨੂੰ ਅਸੀਂ ਮੈਸ਼ ਕਹਿੰਦੇ ਹਾਂ, ਉਹ ਮੈਸ਼ ਪਾ ਦਿੰਦੇ ਹਾਂ। ਇੱਕ ਮੈਂ ਆਮ ਬੰਦੇ ਨੂੰ ਸਮਝਾਉਣ ਲਈ ਇਹ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਆਪਣਾ ਕੋਈ ਕੱਪੜਾ ਫਟਿਆ ਹੋਏ, ਅਸੀਂ ਰਫੂ ਕਰਨ ਲਈ ਇੱਕ ਅਲੱਗ ਟਾਕੀ ਲਾ ਦਿੰਦੇ ਹਾਂ, ਇਸੇ ਤਰ੍ਹਾਂ ਹੀ ਅਸੀਂ ਅੰਦਰ ਇੱਕ ਮੈਸ਼ ਹੁੰਦੀ ਹੈ, ਸਪੈਸ਼ਲ ਜਿਹੜੀ ਮੈਸ਼ ਹੈ ਉਹ ਲਗਾ ਦਿੰਦੇ ਹਾਂ, ਤਾਂ ਜੇ ਉਹ ਏਰੀਆ ਸਟਰੈਂਥਨ ਰਹੇ, ਉਹਦੀ ਇੱਕ ਆਪਣੀ ਇੱਕ ਕਹਿ ਸਕਦੇ ਆ ਕਿ ਉਹਦੀ ਸਟਰੋਂਗ ਰਹੇ, ਔਰ ਉਹ ਦੁਬਾਰਾ ਹਰਨੀਆ ਨਾ ਹੋਏ। ਜਦੋਂ ਵੀ ਹਰਨੀਆ ਦਾ ਆਪਰੇਸ਼ਨ ਹੁੰਦਾ ਹੈ, 3-4 ਮਹੀਨੇ ਕਿਸੇ ਵੀ ਮਰਜ਼ੀ ਪ੍ਰੋਸੀਜਰ ਨਾਲ ਹੋਇਆ ਹੋਏ, 3-4 ਮਹੀਨੇ ਅਸੀਂ ਉਸ ਮੈਸ਼ ਦੀ ਜਦ ਤੱਕ ਸੈਟਿੰਗ ਨਹੀਂ ਹੁੰਦੀ, ਇੰਟਰਨਲ ਹੀਲਿੰਗ ਨਹੀਂ ਹੁੰਦੀ, ਅਸੀਂ ਕੋਈ ਵੀ ਜ਼ੋਰ ਵਾਲਾ ਕੰਮ, ਜਿਸ ਤਰ੍ਹਾਂ ਭਾਰ ਚੱਕਣਾ, ਕੋਈ ਪੇਟ ਦਾ ਪ੍ਰੈਸ਼ਰ, ਜਿਸ ਵੀ ਚੀਜ਼ ਨਾਲ ਵਧਣਾ, ਜਿਮ ਲਾਣਾ, ਉਹ ਅਸੀਂ ਅਵੋਇਡ ਕਰਨਾ ਚਾਹੀਦਾ। ਪਰ ਨਾਰਮਲ ਐਕਟੀਵਿਟੀ ਬੰਦਾ ਹਫਤੇ 10 ਦਿਨ ਦੇ ਆਪਰੇਸ਼ਨ ਤੋਂ ਬਾਅਦ ਆਪਣੀ ਨਾਰਮਲ ਰੂਟੀਨ ਐਕਟੀਵਿਟੀ ਕਰ ਸਕਦਾ ਹੈ। ਐਕਸੈਸਿਵ ਵੇਟ ਲਿਫਟਿੰਗ, ਐਕਸੈਸਿਵ ਪੇਟ ਦਾ ਐਕਸਰਸਾਈਜ਼, ਜਿਮ ਚਲਾਉਣੀ, ਉਹ ਅਸੀਂ 3-4 ਮਹੀਨੇ ਦੀ ਪ੍ਰੀਕਾਸ਼ਨ ਜ਼ਰੂਰ ਕਹਿੰਦੇ ਹਾਂ, ਇਸ ਕਰਕੇ ਤਾਂ ਜੇ ਹਰਨੀਆ ਦੁਬਾਰਾ ਨਾ ਹੋਏ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰੀਏ ਇਸ ਦੇ ਜਿਹੜਾ ਇਹ ਟ੍ਰੀਟਮੈਂਟ ਬੰਦਾ ਕੋਈ ਵੀ ਲੈਂਦਾ ਨਾਰਮਲ, ਮਤਲਬ ਇਹਦਾ ਕਿੰਨਾ ਕੁ ਖਰਚਾ ਆ ਜਾਂਦਾ ਹੈ ਆਮ, ਜੇ ਲਈਏ ਤਾਂ ਵੀ ਮਿਨੀਮਮ ਤੋਂ ਮਿਨੀਮਮ ਤੇ ਮੈਕਸਿਮਮ ਤੋਂ ਮੈਕਸਿਮਮ ਕਿੰਨਾ ਇਹਦਾ ਖਰਚਾ ਆ ਜਾਂਦਾ ਹੈ? ਦੇਖੋ, ਐਗਜ਼ੈਕਟ ਖਰਚਾ ਕਲੀਨਿਕਲ ਕੰਡੀਸ਼ਨ ਦੇਖ ਕੇ, ਟਾਈਪ ਆਫ ਹਰਨੀਆ ਦੇਖ ਕੇ, ਆਫਟਰ ਅਸੈਸਮੈਂਟ ਕਿਹੜਾ ਪ੍ਰੋਸੀਜਰ ਹੋਣਾ, ਮੈਸ਼ ਦਾ ਸਾਈਜ਼ ਕੀ ਪੈਣਾ ਹੈ, ਸੋ ਉਹਦੇ ਅਕੋਰਡਿੰਗਲੀ ਹੀ ਆਪਾਂ ਅਸੈਸਮੈਂਟ ਕਰ ਸਕਦੇ ਹਾਂ ਕੀ ਹੈਗੀ ਹੈ। ਸੋ ਇਹ ਇੰਡੀਵਿਜੂਅਲਾਈਜ਼ ਖਰਚਾ ਹੁੰਦਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਮਰੀਜ਼ ਦੇ ਵਿੱਚ ਇੱਕ ਸਟੈਂਡਰਡ ਖਰਚਾ ਇੰਨਾ ਹੀ ਹੋਏਗਾ, ਨਹੀਂ। ਹਰ ਕੇਸ ਦੇ ਵਿੱਚ ਇੰਡੀਵਿਜੂਅਲਾਈਜ਼ਡ ਅਸੈਸਮੈਂਟ ਕਰਕੇ ਫਿਰ ਹੀ ਫੈਕਟਰ ਦੇਖ ਕੇ ਹੋਏਗਾ। ਹੁਣ ਕਈ ਸਾਡੇ ਕੋਲ ਕਾਰਡਿਕ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਬਾਅਦ 'ਚੋਂ ICU ਕੇਅਰ ਦੀ ਲੋੜ ਪੈਂਦੀ ਹੈ। ਰੂਟੀਨ ਦੇ ਵਿੱਚ ਹਰਨੀਆ ਅਸੀਂ ਬੱਚਿਆਂ ਦੇ ਵਿੱਚ ਡੇ ਕੇਅਰ ਸਰਜਰੀ ਕਰਦੇ ਹਾਂ, ਸਵੇਰੇ ਕਰਕੇ ਸ਼ਾਮ ਨੂੰ ਛੁੱਟੀ ਕਰ ਦਿੰਦੇ ਹਾਂ। ਅਡਲਟ ਦੇ ਵਿੱਚ ਅਸੀਂ 1 ਨਾਈਟ ਰੱਖਦੇ ਹਾਂ। ਜੇ ਕੋਈ ਨਾਲ ਕੰਪਲੀਕੇਸ਼ਨ ਹੋਏ, ਜਿਸ ਨੂੰ ਸ਼ੂਗਰ ਹੈ, BP ਹੈ, ਹਾਰਟ ਦੀ ਬਿਮਾਰੀ ਹੈ, ਚੈਸਟ ਦੀ ਬਿਮਾਰੀ ਹੈ, ਉਹਨੂੰ ਬਾਅਦ 'ਚੋਂ ICU ਦੀ ਲੋੜ ਪੈਂਦੀ ਹੈ, ਉਹ 3-4 ਦਿਨ ਵੀ ਰੱਖਣਾ ਪੈ ਸਕਦਾ। ਸੋ ਇਸੇ ਤਰ੍ਹਾਂ ਇੰਡੀਵਿਜੂਅਲਾਈਜ਼ਡ ਹੀ ਖਰਚਾ ਹੋਏਗਾ, ਆਪਾਂ ਐਗਜ਼ੈਕਟ ਇੱਕ ਫਿਗਰ ਨਹੀਂ ਦੇ ਸਕਦੇ। ਸੋ ਇਹ ਸਨ ਡਾਕਟਰ ਵੈਲਦੀ, ਜੋ ਕਿ MCH ਨੇ, ਸਪੈਸ਼ਲਾਈਜੇਸ਼ਨ ਹੈ ਇਹਨਾਂ ਦੀ ਸਰਜਰੀ ਦੇ ਵਿੱਚ, ਜਿਨ੍ਹਾਂ ਨੇ ਕਿਹਾ ਹੈ ਕਿ ਜਿਹੜੀ ਹਰਨੀਆ ਦੀ ਬਿਮਾਰੀ ਹੈ ਉਹ ਸਿਰਫ ਤੇ ਸਿਰਫ ਬਾਡੀ ਦੀ ਜਿਹੜੀ ਵੀਕਨੈਸ ਹੈ, ਬਾਡੀ ਦੇ ਵਿੱਚ ਜਿਹੜੇ ਮਸਲਸ ਨੇ ਜਦੋਂ ਉਹ ਵੀਕ ਹੋ ਜਾਂਦੇ ਨੇ, ਤੇ ਜਿਹੜੇ ਬਾਡੀ ਦੇ ਪਾਰਟਸ ਨੇ ਉਹ ਇੱਕ ਦੂਜੇ ਨੂੰ ਵੱਲ ਸ਼ਿਫਟ ਹੁੰਦੇ ਨੇ, ਤਾਂ ਉਹਦੇ ਕਰਕੇ ਹੁੰਦੀ ਹੈ। ਸੋ ਸਟਰੈਂਥਨਿੰਗ ਜਿਹੜੀ ਹੈਗੀ ਹੈ, ਚਾਹੇ ਉਹ ਪੇਟ ਦੀ ਹੈ, ਚਾਹੇ ਬਾਡੀ ਦੇ ਕਿਸੇ ਵੀ ਪਾਰਟ ਦੀ ਹੈ, ਉਹ ਜ਼ਰੂਰੀ ਹੈ। ਤੇ ਹੈਲਦੀਨੈਸ, ਜਿਹੜਾ ਮੋਟਾ ਬੰਦਾ ਹੈ ਉਹਨੂੰ ਇਹ ਜ਼ਿਆਦਾ ਮਾਰ ਕਰਦੀ ਹੈ। ਸੋ ਇਹਨਾਂ ਦਾ ਇਹੀ ਐਡਵਾਈਸ ਹੈ ਕਿ ਬੰਦੇ ਆਪਣੇ ਆਪ ਨੂੰ ਓਬੈਸਿਟੀ ਤੋਂ ਬਚਾਉਣ, ਮੋਟਾਪੇ ਤੋਂ ਬਚਾਉਣ, ਤੇ ਆਪਣੀ ਜਿਹੜੀ ਹੈਲਥ ਦਾ ਖਿਆਲ ਰੱਖਣ, ਤਾਂ ਜੋ ਹਰਨੀਆ ਵਰਗੀ ਜਿਹੜੀ ਬਿਮਾਰੀਆਂ ਨੇ ਇਹਨਾਂ ਤੋਂ ਬਚਿਆ ਜਾ ਸਕੇ, ਤੇ ਜਿਹੜੇ ਆਪਣੇ ਸਰੀਰ ਨੂੰ ਸਵਸਥ ਰੱਖਿਆ ਜਾ ਸਕੇ। ਇਹਨਾਂ ਹੀ ਗੱਲਾਂ ਨੂੰ ਅੱਗੇ ਵਧਾਉਂਦੇ ਹੋਏ ਡਾਕਟਰ ਸਾਹਿਬ ਨਾਲ ਹੋਰ ਵੀ ਇਹਨਾਂ ਤੋਂ ਨੌਲੇਜ ਲੈਂਦੇ ਰਹਾਂਗੇ। ਤੇ ਤੁਸੀਂ ਦੇਖਦੇ ਰਹੋ ਨਿਊਜ਼ ਫਟਾਫਟ। ਕੈਮਰਾਮੈਨ ਅਭੈ ਦੇ ਨਾਲ ਪਵਨ ਸਿੰਗਲਾ।